ਅੱਖਰ ਲਿਖਣ ਦਾ ਆਰੰਭ ਕਰਨ ਜਾ ਰਹੇ ਹਾਂ ਤਾਂ ਇਸ ਦੇ ਵਿੱਚ ਇੱਕ ਗੱਲ ਸਪਸ਼ਟ ਕਰੀਏ ਕਿ ਲਿਖਾਈ ਮੁੱਖ ਰੂਪ ਦੇ ਵਿੱਚ ਤਿੰਨ ਪ੍ਰਕਾਰ ਦੀ ਹੁੰਦੀ ਹੈ। ਇੱਕ ਕਰਸਿਵ ਰਾਈਟਿੰਗ ਜਿਹੜੀ ਆਮ ਫਲੋ ਦੇ ਵਿੱਚ ਲਿਖਿਆ ਜਾਂਦਾ ਹੈ, ਆਮ ਜੋ ਕਾਪੀ ਦੇ ਵਿੱਚ ਆਪਾਂ ਪੈਨ ਨਾਲ ਲਿਖਦੇ ਹਾਂ। ਦੂਸਰੇ ਤਰ੍ਹਾਂ ਦੀ ਲਿਖਾਈ ਛਪਾਈ ਵਾਲੀ ਲਿਖਾਈ ਜੋ ਪ੍ਰਿੰਟ ਵਾਲੇ ਅੱਖਰ ਹੁੰਦੇ ਹਨ। ਤੇ ਤੀਸਰੇ ਪ੍ਰਕਾਰ ਦੀ ਲਿਖਾਈ ਜਿਸ ਨੂੰ ਕਲਾਤਮਕ ਅੱਖਰ ਆਖਦੇ ਹਨ, ਕੈਲੀਗ੍ਰਾਫੀ ਵਾਲੇ ਅੱਖਰ ਜਿਨ੍ਹਾਂ ਦੇ ਵਿੱਚ ਅੱਖਰਾਂ ਨੂੰ ਸਜਾਇਆ ਜਾਂਦਾ ਹੈ। ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਪ੍ਰਿੰਟ ਵਾਲੇ ਅੱਖਰ ਹੋਣਗੇ, ਛਪਾਈ ਵਾਲੇ ਅੱਖਰ ਹੋਣਗੇ। ਇਸ ਦਾ ਇੱਕ ਕਾਰਨ ਹੈ ਕਿਉਂਕਿ ਜਦੋਂ ਸਕੂਲ ਪੱਧਰ ਤੇ ਮੁਕਾਬਲੇ ਕਰਵਾਏ ਜਾਂਦੇ ਆ, ਸਕੂਲ ਵਿਭਾਗ ਵੱਲੋਂ ਜਦੋਂ ਮੁਕਾਬਲੇ ਕਰਵਾਏ ਜਾਂਦੇ ਆ ਤਾਂ ਇਸ ਪ੍ਰਕਾਰ ਦੀ ਲਿਖਾਈ ਦੇ ਹੀ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਾਸਤੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੀ ਲਿਖਾਈ ਦਾ ਅਭਿਆਸ ਕਰਾਂਗੇ। ਅਗਰ ਇਸ ਪ੍ਰਕਾਰ ਦੇ ਅੱਖਰ ਆਪਾਂ ਛਪਾਈ ਵਾਲੇ ਅੱਖਰ ਸਿੱਖ ਜਾਂਦੇ ਹਾਂ ਤਾਂ ਦੂਸਰੇ ਅੱਖਰ ਲਿਖਣੇ ਕੋਈ ਔਖਾ ਕੰਮ ਨਹੀਂ। ਬੜੀ ਆਸਾਨੀ ਦੇ ਨਾਲ ਆਪਣੇ ਮਸਲਸ ਉਸ ਤਰ੍ਹਾਂ ਦੇ ਕੰਮ ਕਰ ਰਹੇ ਹੁੰਦੇ ਆ ਕਿ ਅੱਖਰ ਨੂੰ ਕਿਸੇ ਵਿਸ਼ੇਸ਼ ਪੈਟਰਨ ਦੇ ਵਿੱਚ ਅਸੀਂ ਲਿਖਣ ਵਿੱਚ ਕਾਮਯਾਬ ਹੋ ਜਾਂਦੇ ਹਾਂ। ਤਾਂ ਆਓ ਦੇਖਦੇ ਹਾਂ ਆਪਣੇ ਕੋਲ ਜੋ ਸਾਹਮਣੇ ਬਲੈਕ ਬੋਰਡ ਤੇ ਗ੍ਰੀਨ ਬੋਰਡ ਤੇ ਦਿਸ ਰਹੇ ਅੱਖਰ ਦੱਦਾ, ਵਾਵਾ, ਰਾਰਾ, ਨੰਨਾ, ਪੱਪਾ, ਮੰਮਾ, ਤੱਤਾ ਤੇ ਟੈਂਕਾ। ਮੁੱਖ ਰੂਪ ਦੇ ਵਿੱਚ ਇਹ ਹੀ ਗੁਰਮੁਖੀ ਦੇ ਬਨਾਵਟ ਵਾਲੇ ਅੱਖਰ ਹਨ। ਇਹਨਾਂ ਅੱਖਰਾਂ ਨੂੰ ਜੇ ਲਿਖਣਾ ਅਸੀਂ ਸਿੱਖ ਲਈਏ ਤਾਂ ਇਹਨਾਂ ਦੇ ਨਾਲ ਇੱਕ ਪੂਰਾ ਵਰਗ ਹੈ। ਬਾਕੀ ਅੱਖਰ ਦੀ ਬਣਤਰ ਬੜੀ ਆਸਾਨੀ ਦੇ ਨਾਲ ਇਹਨਾਂ ਤੋਂ ਹੀ ਸਿੱਖੀ ਜਾ ਸਕਦੀ ਹੈ, ਉਸ ਨੂੰ ਲਿਖਿਆ ਜਾ ਸਕਦਾ ਹੈ। ਤਾਂ ਸ਼ੁਰੂਆਤ ਕਰਦੇ ਹਾਂ। ਤੇ ਜਿਸ ਤਰ੍ਹਾਂ ਆਪਣੇ ਕੋਲ ਸਭ ਤੋਂ ਪਹਿਲਾ ਅੱਖਰ ਦੱਦਾ ਹੈ, ਦੱਦਾ ਇੱਕ ਪੂਰਾ ਵਰਗ ਹੈ। ਇਸ ਪ੍ਰਕਾਰ ਦੇ ਅੱਖਰ ਲਿਖਦੇ ਹਾਂ। ਤੇ ਆਓ ਦੇਖੀਏ। ਇੱਕ ਸਿੱਧੀ ਲੇਟਵੀਂ ਰੇਖਾ ਖਿੱਚ ਲਓ ਤੇ ਇੱਕ ਖੜੀ ਰੇਖਾ ਮੱਧ ਬਿੰਦੂ ਤੱਕ ਦੋਵਾਂ ਰੇਖਾਵਾਂ ਨੂੰ ਇਸ ਤਰ੍ਹਾਂ ਜੋੜੋ ਕਿ ਜਿਸ ਤਰ੍ਹਾਂ ਸੈਟ ਸਕੁਏਅਰ ਦੇ ਨਾਲ ਜੁੜੀਆਂ ਹੋਣ, ਪੂਰਾ 90 ਡਿਗਰੀ ਤੇ ਇੱਕ ਦੂਸਰੇ ਨੂੰ ਇਕੱਠੀਆਂ ਹੋਣ, ਬਿਲਕੁਲ ਪਰਪੈਂਡੀਕੂਲਰ ਹੋਣ। ਤਾਂ ਇੱਕ ਆਕ੍ਰਿਤੀ ਇਸ ਤਰ੍ਹਾਂ ਦੀ ਬਣ ਜਾਏਗੀ। ਜਦੋਂ ਇੱਕ ਲੇਟਵੀਂ ਰੇਖਾ ਉੱਪਰਲੀ ਲੇਟਵੀਂ ਰੇਖਾ ਦੇ ਸਮਾਨਾਂਤਰ ਖਿੱਚਾਂਗੇ ਤਾਂ ਇਹ ਜਿਹੜੀ ਆਕ੍ਰਿਤੀ ਹੈ ਅੱਗੇ ਚੱਲ ਕੇ ਬਹੁਤ ਸਾਰੇ ਅੱਖਰਾਂ ਦੇ ਵਿੱਚ ਇਸ ਦੀ ਵਰਤੋਂ ਹੋਏਗੀ। ਇਸ ਦਾ ਅਭਿਆਸ ਕਰੀਏ। ਲੇਟਵੀਂ ਰੇਖਾ ਜਿੰਨੀ ਅੱਖਰ ਦੀ ਚੌੜਾਈ ਰੱਖਣਾ ਚਾਹੁੰਦੇ ਆ, ਇੱਕ ਖੜੀ ਰੇਖਾ ਤੇ ਇੱਕ ਫਿਰ ਮੱਧ ਰੇਖਾ ਤੇ ਲੇਟਵੀਂ ਰੇਖਾ, ਦੋਵਾਂ ਜਗ੍ਹਾ ਤੇ ਬਿਲਕੁਲ ਸੈਟ ਸਕੁਏਅਰ ਦੀ ਤਰ੍ਹਾਂ, ਸੈਟ ਸਕੁਏਅਰ ਨਾਲ ਜਿਸ ਤਰ੍ਹਾਂ ਜੁੜੇ ਹੋਣ ਇਸ ਤਰ੍ਹਾਂ ਦਾ ਜੋੜਿਆ ਜਾਏਗਾ। ਤਾਂ ਇਸ ਤੋਂ ਬਾਅਦ ਵਿੱਚ ਇੱਥੇ ਇੱਕ ਘੁੰਡੀ ਇਸ ਤਰ੍ਹਾਂ ਦੀ ਬਣਾ ਦਿਓ ਤੇ ਫਿਰ ਜਿਸ ਗੁਲਾਈ ਦੀ ਸ਼ੁਰੂਆਤ ਦੇ ਵਿੱਚ ਗੱਲ ਕਰੀ ਸੀ, ਇਹ ਗੁਲਾਈ ਦੇਖੋ, ਗੁਲਾਈ ਕਿਸ ਤਰ੍ਹਾਂ ਦੇਵਾਂਗੇ। ਇਹ ਗੁਲਾਈ ਦੋਨਾਂ ਪਾਸਿਆਂ ਤੋਂ ਸਮਾਨ ਨਹੀਂ ਹੋਏਗੀ, ਯੂ ਸ਼ੇਪ ਦੀ ਨਹੀਂ ਹੋਏਗੀ, ਥੱਲੋਂ ਬਰਾਬਰ ਨਹੀਂ ਹੋਏਗੀ। ਜਦੋਂ ਕਿ ਇੱਕ ਸਾਈਡ ਤੋਂ ਤਿਰਛੀ ਹੋਏਗੀ ਤੇ ਦੂਸਰੇ ਸਿਰੇ ਤੇ ਇਸ ਤਰ੍ਹਾਂ ਦੀ ਹੋਏਗੀ। ਤਾਂ ਇਸ ਪ੍ਰਕਾਰ ਅਸੀਂ ਇਹ ਦੱਦਾ ਅੱਖਰ ਲਿਖਾਂਗੇ। ਫਲੋ ਦੇ ਵਿੱਚ ਇੱਕ ਵਾਰ ਫੇਰ ਦੇਖੋ ਇਹੀ ਅੱਖਰ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਕਿ ਪੰਜਾਬੀ ਦੇ ਸਾਰੇ ਹੀ ਅੱਖਰ, ਗੁਰਮੁਖੀ ਸਾਰੇ ਅੱਖਰ ਦੋਨਾਂ ਸਾਈਡਾਂ ਤੋਂ, ਉੱਪਰਲੇ ਸਿਰੇ ਤੋਂ, ਦੋਵਾਂ ਦਿਸ਼ਾਵਾਂ ਤੋਂ ਥੋੜ੍ਹਾ ਥੋੜ੍ਹਾ ਵਧੇ ਹੁੰਦੇ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿਸੇ ਮਕਾਨ ਤੇ ਛੱਜਾ ਲੱਗਿਆ ਹੁੰਦਾ ਹੈ, ਇਸ ਪ੍ਰਕਾਰ ਦੋਵਾਂ ਸਾਈਡਾਂ ਤੋਂ ਅੱਖਰ ਵਧੇ ਹੁੰਦੇ ਆ। ਇਸ ਗੱਲ ਦਾ ਧਿਆਨ ਰੱਖਣਾ। ਤੇ ਉੱਪਰਲੀ ਰੇਖਾ ਅੱਖਰ ਤੋਂ ਥੋੜ੍ਹਾ ਅੱਗੇ ਤੱਕ ਜਾਏਗੀ, ਇਸ ਰੇਖਾ ਤੋਂ। ਹਾਂਜੀ, ਇਸ ਦੇ ਲਈ ਇੱਕ ਹੋਰ ਅੱਖਰ ਡੱਡਾ ਲਿਖਣ ਵਾਸਤੇ ਦੇਖੋ, ਇਹ ਜਿਹੜੀ ਰੇਖਾ ਖੜੀ ਰੇਖਾ ਖਿੱਚੀ, ਖੜੀ ਰੇਖਾ ਮੱਧ ਬਿੰਦੂ ਤੋਂ ਥੋੜਾ ਉੱਪਰ ਰੱਖਾਂਗੇ ਤੇ ਉਸ ਤੋਂ ਬਾਅਦ
ਬਿਲਕੁਲ ਉਹੀ ਆਕ੍ਰਿਤੀ ਜੋ ਦੱਦਾ ਅੱਖਰ ਦੇ ਵਿੱਚ ਬਣਾਈ ਸੀ। ਤੇ ਇਸ ਤੋਂ ਬਾਅਦ ਇੱਕ ਕੁੰਡੀ ਇਸ ਤਰ੍ਹਾਂ ਦੀ ਬਣਾਵਾਂਗੇ ਤੇ ਉਸ ਉਪਰੰਤ ਇਸ ਨੂੰ ਗੁੜਾਈ ਦਿੰਦੇ ਹੋਏ ਇੱਕ ਖੁੱਲੀ ਅੱਖ ਅੰਤ ਨੂੰ ਲਗਾਵਾਂਗੇ। ਤਾਂ ਇਸ ਤਰ੍ਹਾਂ ਇੱਕ ਸੁੰਦਰ ਅੱਖਰ ਬਣਾਉਣ ਵਿੱਚ ਆਪਾਂ ਕਾਮਯਾਬ ਹੋਵਾਂਗੇ। ਇੱਕ ਵਾਰ ਫਿਰ ਫਲੋ ਦੇ ਵਿੱਚ ਵੇਖੋ ਇਸ ਅੱਖਰ ਨੂੰ ਕਿਸ ਤਰ੍ਹਾਂ ਲਿਖਿਆ ਜਾਏਗਾ। ਇਹ ਆਕਾਰ ਹੋਏਗਾ ਇਸ ਅੱਖਰ ਦਾ। ਇਸ ਤੋਂ ਅੱਗੇ ਦੇਖਦੇ ਹਾਂ ਇਸੇ ਵਰਗਾ ਹੀ ਇੱਕ ਅੱਖਰ ਚੱਚਾ ਅੱਖਰ ਲਿਖਣ ਵਾਸਤੇ ਉਹੀ ਆਕ੍ਰਿਤੀ ਦੁਬਾਰਾ ਇੱਥੇ ਕੁੰਡੀ ਬਣਾਉਂਦੇ ਹੋਏ ਇਹੀ ਗੁਲਾਈ ਔਰ ਅੰਤ ਨੂੰ ਉੱਪਰ ਜਾ ਕੇ ਤਾਂ ਚੱਚਾ ਆਸਾਨੀ ਨਾਲ ਲਿਖਿਆ ਜਾ ਸਕਦਾ। ਜੱਜਾ ਲਿਖਣ ਵਾਸਤੇ ਇਸ ਰੇਖਾ ਨੂੰ ਹੇਠਲੀ ਰੇਖਾ ਤੱਕ ਸਿੱਧੀ ਲਿਆਓ। ਦੋਵਾਂ ਰੇਖਾਵਾਂ ਨੂੰ ਇਸ ਤਰ੍ਹਾਂ ਜੋੜੋ ਕਿ ਜਿਵੇਂ ਸੈਟ ਸਕੁਅਰ ਨਾਲ ਜੁੜੀਆਂ ਹੋਣ, ਬਿਲਕੁਲ 90 ਡਿਗਰੀ ਤੇ ਔਰ ਸਿੱਧੀਆਂ ਰੇਖਾਵਾਂ ਹੋਣ। ਉਸ ਤੋਂ ਬਾਅਦ ਇਸ ਤਰ੍ਹਾਂ ਸਿੱਧੀ ਔਰ ਇਸੇ ਹੀ ਵਰਗ ਦਾ ਇੱਕ ਹੋਰ ਅੱਖਰ ਫੱਫਾ ਲਿਖਣ ਵਾਸਤੇ ਅੱਖਰ ਦੀ ਚੌੜਾਈ ਆਪਣੀ ਮਰਜ਼ੀ ਨਾਲ ਰੱਖ ਸਕਦੇ ਹਾਂ। ਵੈਸੇ ਆਮ ਤੌਰ ਤੇ ਜੇ ਇਹ ਵਰਗਾਕਾਰ ਰੱਖੇ ਜਾਣ, ਜਿੰਨੀ ਅੱਖਰ ਦੀ ਲੰਬਾਈ ਹੈ ਉਨੀ ਹੀ ਚੌੜਾਈ ਰੱਖੀ ਜਾਵੇ ਤਾਂ ਲਿਖਾਈ ਬੜੀ ਸੁੰਦਰ ਲੱਗਦੀ ਹੈ। ਤਾਂ ਵਰਗਾਕਾਰ ਦਾ ਮਤਲਬ ਕਿ ਉੱਪਰਲੀ ਰੇਖਾ ਔਰ ਖੜੀ ਰੇਖਾ ਇੱਕੋ ਜਿੰਨੀ ਲੰਬਾਈ ਦੇ ਔਰ ਉਹੀ ਆਕਾਰ ਮੱਧ ਬਿੰਦੂ ਤੋਂ ਥੋੜਾ ਜਿਹਾ ਉੱਪਰ ਇੱਥੋਂ ਤੱਕ ਸਿੱਧਾ ਲਿਆਵਾਂਗੇ। ਇੱਥੇ ਕੁੰਡੀ ਨਹੀਂ ਬਣੇਗੀ। ਫੱਫਾ ਲਿਖਣ ਵਾਸਤੇ ਉਹੀ ਗੁੜਾਈ ਤੇ ਇੱਕ ਵੱਡੀ ਅੱਖ ਅੰਤ ਦੇ ਵਿੱਚ ਇਸ ਤਰ੍ਹਾਂ ਬਣਾਉਣ ਨਾਲ ਫੱਫਾ ਬੜੀ ਆਸਾਨੀ ਨਾਲ ਲਿਖ ਸਕਦੇ ਹਾਂ। ਤਾਂ ਸਾਥੀਓ, ਇਸ ਤਰ੍ਹਾਂ ਇਹ ਪਹਿਲਾ ਵਰਗ ਆਪਾਂ ਸਿੱਖਿਆ। ਇਸ ਦਾ ਅਭਿਆਸ ਕਰਾਂਗੇ। ਜਿਵੇਂ ਜਿਵੇਂ ਅਭਿਆਸ ਕਰਾਂਗੇ ਤਾਂ ਅੱਖਰ ਲਿਖਣੇ ਹੋਰ ਆਸਾਨ ਹੋ ਜਾਣਗੇ ਤੇ ਸੁੰਦਰ ਹੁੰਦੇ ਜਾਣਗੇ।